ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਫਸਟ ਚੈਪਟਰ ਦੇ ਵਿੱਚ ਮੈਨੂੰ ਬੱਚੇ ਪੁੱਛ ਰਹੇ ਸੀ ਕਿ ਜਿਹੜਾ ਆਪਣਾ ਫਸਟ ਚੈਪਟਰ ਜਿਹੜੇ ਆਪਾਂ ਉਹਦੀਆਂ ਇਲਸਟ੍ਰੇਸ਼ਨਸ ਕੀਤੀਆਂ ਨੇ ਉਹਦੇ ਵਿੱਚ ਜਿਹੜਾ ਸੈਕਿੰਡ ਇਲਸਟ੍ਰੇਸ਼ਨ 6th ਆ ਉਹਦੇ ਵਿੱਚ 8th ਪਾਰਟ ਆ ਉਹਦਾ, ਵਟ ਇਜ਼ ਦਾ ਅਮਾਊਂਟ ਆਫ ਬੈਡ ਡੈਟਸ। ਬੱਚੇ ਹੁਣ ਇਹਦੇ ਵਿੱਚ ਵੇਖੋ ਬੱਚੇ, ਫਸਟ ਆਫ ਆਲ ਵੇਖੋ, ਰਾਮ ਹੂ ਓਡ 40,000 ਇਜ਼ ਡਿਕਲੇਅਰਡ ਇਨਸੋਲਵੈਂਟ। ਕਹਿੰਦੇ ਰਾਮ ਜਿਹਨੂੰ ਅਸੀਂ 40,000 ਰੁਪਈਆ ਦਿੱਤਾ ਸੀ, ਠੀਕ ਆ, ਇਨਸੋਲਵੈਂਟ ਹੋ ਗਿਆ। ਉਹ ਕਹਿੰਦਾ ਕਿ ਮੈਂ ਪੈਸੇ ਨਹੀਂ ਵਾਪਸ ਦੇ ਸਕਦਾ। ਐਂਡ 60% ਕੁਡ ਬੀ ਰਿਕਵਰਡ ਫਰੋਮ ਹਿਜ਼ ਅਸਟੇਟ। ਕਹਿੰਦਾ ਕਿ 60% ਉਹ ਕਹਿੰਦਾ ਵਾ ਕਿ ਮੈਂ 40,000 ਦੇ ਵਿੱਚੋਂ 60% ਤੁਹਾਨੂੰ ਪੈਸਾ ਦੇ ਦੂੰਗਾ, ਠੀਕ ਆ, 60% ਮਿਲ ਜੂਗਾ। ਤੇ ਵਟ ਇਜ਼ ਦਾ ਅਮਾਊਂਟ ਆਫ ਬੈਡ ਡੈਟਸ। ਬੈਡ ਡੈਟਸ ਦਾ ਮਤਲਬ ਕੀ ਹੁੰਦਾ ਹੈ? ਬੈਡ ਡੈਟਸ ਦਾ ਮਤਲਬ ਕਿ ਜਿਹੜਾ ਪੈਸਾ ਤੁਹਾਨੂੰ ਨਹੀਂ ਮਿਲਣਾ, ਦੈਟ ਮੀਨਸ 40% ਨਹੀਂ ਮਿਲਣਾ। ਕਿਹਦਾ 40% ਨਹੀਂ ਮਿਲਣਾ? 40,000 ਦਾ। ਸੋ ਆਪਾਂ ਬੈਡ ਡੈਟਸ ਕਿੱਦਾਂ ਕੱਢਾਂਗੇ? 40,000 ਮਲਟੀਪਲਾਈ ਬਾਈ 40। ਕਿਉਂ? ਕਿਉਂਕਿ 60% ਉਹ ਕਹਿੰਦਾ ਮੈਂ ਦੇ ਦੂੰਗਾ, ਐਂਡ 40% ਕੀ ਹੋ ਗਿਆ ਤੁਹਾਡਾ? ਬੈਡ ਡੈਟਸ। 40,000 ਦਾ ਕਿਹਦਾ 40% ਕੱਢਾਂਗੇ? 40,000 ਦਾ। ਕਿਉਂ? ਕਿਉਂਕਿ 40,000 ਉਹਨੇ ਟੋਟਲ ਅਮਾਊਂਟ ਲਈ ਹੈ ਨਾ। 40,000 ਮਲਟੀਪਲਾਈ ਬਾਈ 40% ਆਉਂਦਾ, ਪਰਸੈਂਟ ਨੂੰ ਹਟਾਉਣੀ ਆਪਾਂ ਥੱਲੇ ਕੀ ਲਾਵਾਂਗੇ? 100। ਜਦੋਂ ਆਪਾਂ ਉਹਨੂੰ ਕੈਲਕੂਲੇਟ ਕੀਤਾ ਕਿੰਨੇ ਆ ਗਏ ਬੈਡ ਡੈਟਸ? ਕਿੰਨੇ ਆ ਗਏ? 16,000। ਸੋ ਯੋਰ ਆਂਸਰ ਇਜ਼ 16,000। ਬੱਚੇ ਇਹ ਸੌਖਾ ਜਿਹਾ, ਤੇ ਅੱਗੇ ਇਹਦੇ ਵਿੱਚ ਤਾਂ ਕੁਝ ਔਖਾ ਹੈਗਾ ਹੀ ਨਹੀਂ। ਸਮਝ ਆ ਰਹੀ ਹੈ ਕਿ ਉਹਨੇ ਕਹਿੰਦੇ ਕਿ 60% ਉਹਦੇ ਕੋਲ ਰਿਕਵਰਡ ਹੋ ਜਾਊਗਾ ਪੈਸਾ, 40% ਨਹੀਂ। ਤੇ 40,000 ਦਾ 40% ਕੱਢ ਕੇ ਉਹ ਕੀ ਆ? ਬੈਡ ਡੈਟਸ ਹੋ ਗਏ, ਠੀਕ ਹੈ। ਵਨ ਮੇਜਰ ਪੁਆਇੰਟ ਇੱਥੇ ਇੱਕ ਇਹ ਵੀ ਆ, ਮਲਟੀਪਲ ਚੋਇਸ ਕੁਐਸਚਨ ਦੇ ਵਿੱਚ ਜਿਹੜਾ ਵਾ ਡੈਟਰ ਇਜ਼ ਅ ਪਰਸਨ। ਜਿਹੜਾ ਇਹਨਾਂ ਨੇ ਇੱਥੇ ਤੁਹਾਨੂੰ ਥੱਲੇ ਆਂਸਰ ਦਿੱਤਾ ਵਾ, ਆਂਸਰ ਫਸਟ 'ਚ ਉਹਦਾ ਕੀ ਦਿੱਤਾ ਵਾ? ਇਹ ਦਿੱਤਾ, ਇਟਸ ਰੋਂਗ ਆਂਸਰ। ਬੁੱਕ ਨੇ ਗਲਤ ਆਂਸਰ ਦਿੱਤਾ ਵਾ। ਸੋ ਤੁਹਾਨੂੰ ਆਈ ਥਿੰਕ ਸੋ ਤੁਹਾਨੂੰ ਇਹਦਾ ਕਰੈਕਟ ਆਂਸਰ ਪਤਾ ਹੋਏਗਾ ਕਿ ਕੀ ਹੈ ਇਹਦਾ, ਠੀਕ ਹੈ। ਆਪਸ਼ਨਸ ਦੇ ਵਿੱਚੋਂ ਵੇਖੋ ਕਿ ਡੈਟਰ ਇਜ਼ ਅ ਪਰਸਨ ਫਰੋਮ ਹੂਮ ਗੁੱਡਸ ਆਰ ਪਰਚੇਜ਼। ਪਰਚੇਜ਼ ਥੋੜੀ ਕਰੀ ਦੀਆਂ ਉਹ ਤੇ ਠੀਕ ਹੈ, ਕਿਹਦੇ ਕੋ? ਉਹ ਤੇ ਕ੍ਰੈਡੀਟਰ ਕੋ ਕਰੀ ਦੀ ਔਨ ਕ੍ਰੈਡਿਟ, ਹੈ ਨਾ। ਟੂ ਹੂਮ ਗੁੱਡਸ ਆਰ ਸੋਲਡ। ਡੈਟਰ ਕੌਣ ਆ? ਜਿਹਨੂੰ ਆਪਾਂ ਗੁੱਡਸ ਕੀ ਕਰੀ ਦੀਆਂ ਵਾ? ਸੋਲਡ ਕਰਦਾ। ਸੋ ਬੀ ਪਾਰਟ ਇਜ਼ ਯੋਰ ਕਰੈਕਟ ਆਂਸਰ, ਠੀਕ ਹੈ। ਠੀਕ ਹੈ, ਥਰਡ ਤੇ ਆਊਗਾ ਨਹੀਂ, ਫਰੋਮ ਹੂਮ ਗੁੱਡਸ ਆਰ ਪਰਚੇਜ਼ਡ ਔਰ ਸੋਲਡ। ਤੇ ਟੂ ਹੂਮ ਕੈਸ਼ ਇਨ ਪੇਡ, ਇਹ ਵੀ ਨਹੀਂ, ਕੈਸ਼ ਇਜ਼ ਪੇਡ, ਇਹ ਵੀ ਨਹੀਂ ਆਉਣਾ, ਠੀਕ ਹੈ, ਕਿਉਂਕਿ ਕੈਸ਼ ਆਪਾਂ ਕਿਹਨੂੰ ਪੇਡ ਕਰੀਦਾ? ਕ੍ਰੈਡੀਟਰ ਨੂੰ। ਸੋ ਕਿਹੜਾ ਰਹਿ ਗਿਆ? ਡੈਟਰ ਉਹ ਪਰਸਨ ਜਿਹਨੂੰ ਆਪਾਂ ਗੁੱਡਸ ਕੀ ਕਰੀ ਦੀਆਂ ਵਾ? ਸੇਲ ਕਰੀ ਦੀ, ਤੇ ਉਹਨੂੰ ਆਪਾਂ ਕੀ ਕਰ ਲਈਦਾ ਵਾ? ਕੈਸ਼ ਲਈਦਾ ਵਾ, ਠੀਕ ਹੈ। ਟੂ ਹੂਮ ਕੈਸ਼ ਇਜ਼ ਇਨ ਪੇਡ, ਇਹ ਵੀ ਨਹੀਂ ਆਏਗਾ ਇਹਦੇ ਵਿੱਚ। ਟੂ ਹੂਮ ਗੁੱਡਸ ਆਰ ਸੋਲਡ, ਸੈਕਿੰਡ ਇਜ਼ ਯੋਰ ਆਂਸਰ, ਠੀਕ ਹੈ। ਸਮਝ ਆ ਰਹੀ ਹੈ ਮੇਰੀ? ਸੋ ਇਹਦਾ ਉਹਨੇ ਫਸਟ ਆਂਸਰ ਗਲਤ ਦਿੱਤਾ ਹੋਇਆ। ਨਾਓ ਵੀ ਵਿਲ ਡੂ। ਬੱਚੇ ਇਹਦੀਆਂ ਸਾਰੀਆਂ ਇੱਕ ਵਾਰੀ ਦੇਖ ਲਿਓ ਸਾਰਾ ਕੁਝ ਕਿ ਤੁਹਾਨੂੰ ਸਮਝ ਆਉਂਦੀ ਹੈ। ਤੇ ਆਪਾਂ ਹੁਣ ਇਹਦਾ ਆਪਾਂ ਕੀ ਕਰਨਾ ਵਾ? ਸੈਕਿੰਡ ਚੈਪਟਰ ਆਪਾਂ ਕਰਾਂਗੇ, ਠੀਕ ਹੈ ਜੀ। ਇਹਦੇ ਵਿੱਚ ਇਹਦਾ ਦੇਖੋ, ਪਾਰਟਸ ਦੇ ਵਿੱਚ ਪ੍ਰੈਕਟੀਕਲ ਪ੍ਰੋਬਲਮਸ ਦੇ ਵਿੱਚ ਪ੍ਰੈਕਟੀਕਲ ਪ੍ਰੋਬਲਮਸ ਕਰਨੀਆਂ ਵਾ, ਇਹਦੀਆਂ ਸਾਰੀਆਂ ਇਹ ਕਰਨੀਆਂ ਵਾ। ਫਿਰ ਆਪਾਂ ਕੀ ਕਹਿੰਦੇ ਆ, ਇਹ ਤੁਸੀਂ ਕਰਨੀਆਂ ਵਾ। ਕਿਉਂ? ਕਿਉਂਕਿ ਤੁਹਾਨੂੰ ਸਾਰਾ ਕੁਝ ਮੈਂ ਸਮਝਾਤਾ ਹੈ ਕੀ ਕੀ ਆ, ਤੇ ਸਮਝ ਤੁਸੀਂ ਆਪਣੇ ਆਪ ਕਰੋਗੇ, ਕਿਉਂਕਿ ਇੱਕ ਸਮ ਟੀਚਰ ਨੇ ਸਮਝਾਤਾ ਵਾ, ਬਾਕੀ ਤੁਸੀਂ ਕਰੋਗੇ। ਜੇ ਕਿਤੇ ਪ੍ਰੋਬਲਮ ਆਉਂਦੀ ਹੈ ਬੱਚੇ, ਤਾਂ ਟੀਚਰ ਤੁਹਾਨੂੰ ਦੁਬਾਰਾ ਕਰਵਾਏਗਾ। ਭਾਵੇਂ ਜੇ ਨਹੀਂ ਸਮਝ ਆਉਂਦੀ, ਸਾਰੇ ਦੇ ਸਾਰੇ ਕਰਵਾਉਂਗੀ, ਉਹ ਨਹੀਂ ਕੋਈ ਗੱਲ, ਠੀਕ ਹੈ। ਬਟ ਯੂ ਹੈਵ ਟੂ ਡੂ, ਠੀਕ ਹੈ। ਨੈਕਸਟ ਵਨ ਇਜ਼ ਦੈਟ ਕਿ ਥਿਊਰੀ ਬੇਸ ਆਫ ਅਕਾਊਂਟਿੰਗ। ਸੈਕਿੰਡ ਚੈਪਟਰ ਇਜ਼ ਦੈਟ ਕਿ ਥਿਊਰੀ ਬੇਸ ਆਫ ਅਕਾਊਂਟਿੰਗ। ਬੱਚੇ ਆਪਾਂ ਇੱਥੋਂ ਸ਼ੁਰੂ ਕਰਾਂਗੇ, ਵੇਖਿਓ। ਇਫ ਈਚ ਬਿਜ਼ਨਸ ਅਡੋਪਟਸ ਥਿਊਰੀ ਬੇਸ ਆਫ ਅਕਾਊਂਟਿੰਗ ਦੇ ਵਿੱਚ ਵੇਖੋ, ਇਨ ਦਾ ਪਾਸਟ ਵੈਨ ਦਾ ਸਾਈਜ਼ ਆਫ ਬਿਜ਼ਨਸ, ਇੱਥੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਦੇਖੋ, ਇਫ ਈਚ ਬਿਜ਼ਨਸ ਅਡੋਪਟਸ ਇਟਸ ਓਨ ਮੈਥਡਸ ਐਂਡ ਪ੍ਰਿੰਸੀਪਲਸ ਟੂ ਮੇਨਟੇਨ ਅਕਾਊਂਟ ਬੁੱਕਸ, ਇਟ ਵੁੱਡ ਲੀਡ ਟੂ ਏ ਬਿਗ ਕਨਫਿਊਜ਼ਨ ਇਨ ਦਾ ਬਿਜ਼ਨਸ ਵਰਲਡ। ਕਹਿੰਦਾ ਵਾ ਕਿ ਜਦੋਂ ਹਰ ਇੱਕ ਕੋਈ ਬਿਜ਼ਨਸ ਆ ਆਪੋ ਆਪਣੀਆਂ ਰੂਲਸ ਲਾਉਣ ਲੱਗ ਪਊਗਾ, ਇੱਕ ਬਿਜ਼ਨਸ ਕੋਈ ਹੋਰ ਰੂਲ ਲਾਉਂਦਾ, ਦੂਜਾ ਕੋਈ ਹੋਰ ਰੂਲ ਲਾਉਂਦਾ, ਉਹਦੇ ਨਾਲ ਕੀ ਹੋਊਗਾ? ਬਿਜ਼ਨਸ ਵਰਲਡ ਦੇ ਵਿੱਚ ਕਨਫਿਊਜ਼ਨ ਆ ਜੂਗੀ। ਕਿਉਂ? ਕਿਉਂਕਿ ਫਿਰ ਆਪਾਂ ਇਹ ਨਹੀਂ ਕਰ ਸਕਦੇ, ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਇਹਦਾ ਮੈਥਡ ਕਰੈਕਟ ਆ, ਠੀਕ ਹੈ। ਸੱਚ ਫਾਈਨੈਂਸ਼ੀਅਲ ਸਟੇਟਮੈਂਟਸ ਵਿਲ ਹੈਵ ਦ ਡਿਸਐਡਵਾਂਟੇਜ ਆਫ ਇਨਕਨਸਿਸਟੈਂਟ ਐਂਡ ਲੋ ਅਸੈਪਟੇਬਿਲਿਟੀ ਐਂਡ ਕੌਨਸੀਕੁਐਂਟਲੀ ਵਿਲ ਰੈਂਡਰ ਦ ਅਕਾਊਂਟ ਬੁੱਕਸ ਅਨਰਿਲਾਇਬਲ ਐਂਡ ਇਨਕੰਪੇਅਰੇਬਲ। ਕਹਿੰਦੇ ਕਿ ਜਦੋਂ ਸਾਰਿਆਂ ਦਾ ਇੱਕੋ ਰੂਲ ਹੀ ਨਹੀਂ ਲੱਗਣ ਦੇ, ਸਾਰੇ ਕਿਤੇ ਵੱਖ-ਵੱਖ ਰੂਲ ਲੱਗਣ, ਤੇ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਨਾਲ ਸਾਨੂੰ ਇਹ ਨਹੀਂ ਪਤਾ ਲੱਗਣਾ ਕਿਹਦੇ ਅਕਾਊਂਟ ਸਹੀ ਆ, ਕਿਹਦੇ ਗਲਤ ਆ, ਠੀਕ ਹੈ। ਸੋ ਉਹਦੇ ਨਾਲ ਕੀ ਹੋਊਗਾ? ਅਕਾਊਂਟ ਗਲਤ ਲੱਗਣਗੇ, ਆਪਾਂ ਕੰਪੇਅਰ ਨਹੀਂ ਕਰ ਸਕਦੇ। ਜੇ ਇੱਕ ਨੇ 1 ਕਰੋੜ ਪ੍ਰੋਫਿਟ ਕਮਾਇਆ, ਦੂਜੇ ਨੇ 2 ਕਰੋੜ ਕਮਾਇਆ, ਤਾਂ ਆਪਾਂ ਇਹ ਕੰਪੇਅਰ ਨਹੀਂ ਕਰ ਸਕਦੇ ਕਿ ਕਿਹਦੇ ਸਹੀ, ਠੀਕ ਹੈ। ਸੋ ਦਸ ਦ ਯੂਜ਼ ਆਫ ਡਿਫਰੈਂਟ ਪ੍ਰਿੰਸੀਪਲਸ ਆਫ ਅਕਾਊਂਟਿੰਗ ਬਾਈ ਦ ਅਕਾਊਂਟੈਂਟਸ ਆਫ ਡਿਫਰੈਂਟ ਆਰਗੇਨਾਈਜੇਸ਼ਨ ਅਕੋਰਡਿੰਗ ਟੂ ਦੇਅਰ ਓਨ ਸੁਟੇਬਿਲਿਟੀ ਵਿਲ ਮੇਕ ਦ ਫਾਈਨੈਂਸ਼ੀਅਲ ਸਟੇਟਮੈਂਟ ਬਾਇਸਡ। ਕਹਿੰਦੇ ਕਿ ਜਦੋਂ ਆਪਾਂ ਆਪਣੀ ਮਰਜ਼ੀ ਦੇ ਨਾਲ ਅਕਾਊਂਟੈਂਟ ਆਪਣੇ ਰੂਲਸ ਲਾਉਣ ਲੱਗ ਪੈਂਦਾ, ਉਹਦੇ ਨਾਲ ਤੁਹਾਡਾ ਓਬਵੀਅਸਲੀ ਤੁਹਾਡਾ ਕੀ ਸਟੇਟਮੈਂਟ ਕੀ ਹੋਣੀਆਂ ਸ਼ੁਰੂ ਹੋ ਜਾਂਦੀਆਂ? ਗਲਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਵਾ। ਸੋ ਉੱਤੋਂ ਰਿਕਵਰ ਕਰਨ ਲਈ ਕੀ ਕੀਤਾ ਗਿਆ? Therefore, in order to make the financial statements more meaningful, acceptable, comparable, consistent, ਕਹਿੰਦੇ ਕਿ ਤਾਂ ਕਰਕੇ ਜਿਹੜੀਆਂ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਕਿਹੜੀਆਂ ਹੁੰਦੀਆਂ ਵਾ, ਤੁਹਾਨੂੰ ਪਤਾ ਨਾ, ਪ੍ਰੋਫਿਟ ਐਂਡ ਲਾਸ ਤੇ ਬੈਲੈਂਸ ਸ਼ੀਟ। ਕਹਿੰਦੇ ਉਹਨੂੰ ਮੀਨਿੰਗਫੁਲ ਮਤਲਬ ਅੰਡਰਸਟੈਂਡੇਬਲ ਕਰਨ ਲਈ ਉਹਨੂੰ ਹਰ ਕੋਈ ਅਸੈਪਟ ਕਰ ਸਕੇ, ਉਹਨੂੰ ਕੰਪੇਅਰ ਕਰ ਸਕੀਏ। ਆਪਾਂ ਇੱਕ ਨੇ 1 ਕਰੋੜ ਪ੍ਰੋਫਿਟ ਕਮਾਇਆ, ਦੂਜੇ ਨੇ 2 ਕਰੋੜ ਪ੍ਰੋਫਿਟ ਕਮਾਇਆ, ਤਾਂ ਉਹਨੂੰ ਆਪਾਂ ਕੰਪੇਅਰ ਕਰ ਸਕੀਏ।
कंसिस्टेंट मतलब सेम होनी आ, ठीक है, रिलायबल मतलब सही, एंड अनबायस्ड इट इज़ नैसेसरी दैट ए यूनीफॉर्म सिस्टम ऑफ अकाउंटिंग बेस्ड ऑन जनरल एक्सेप्टेड अकाउंटिंग प्रिंसिपल गैप इज़ फॉलोड। कहते कि ਤਾਂ ਜੋ ਹਰ ਇੱਕ ਦੀ ਆਪਾਂ ਨੂੰ ਸਟੇਟਮੈਂਟ ਸਮਝ ਆ ਸਕੇ, ਹਰ ਇੱਕ ਦੀ ਸਾਨੂੰ ਸਟੇਟਮੈਂਟ ਸਮਝ ਲੱਗ ਸਕੇ, ਹਰ ਇੱਕ ਦੀ ਸਾਨੂੰ ਸਟੇਟਮੈਂਟ ਸਹੀ ਲੱਗੇ, ਉਹਦੇ ਲਈ ਸਾਨੂੰ ਪ੍ਰਿੰਸੀਪਲਸ ਲਾਉਣੇ ਪੈਣਗੇ। ਪ੍ਰਿੰਸੀਪਲ ਮਤਲਬ ਕਿ ਜਿਹੜੀ ਇੱਕ ਆਰਗੇਨਾਈਜੇਸ਼ਨ ਜਿਹੜਾ ਪ੍ਰਿੰਸੀਪਲ ਲਾਉਂਦੀ ਉਹ ਸਾਰੀਆਂ ਆਰਗੇਨਾਈਜੇਸ਼ਨ ਉਹੀ ਪ੍ਰਿੰਸੀਪਲ ਲਗਾਉਣਗੀਆਂ, ਠੀਕ ਹੈ। ਸੋ ਇੱਕ ਰੂਲ ਬਣਾਤਾ, ਪ੍ਰਿੰਸੀਪਲਸ ਦਾ ਮਤਲਬ ਕੀ ਹੈ, ਰੂਲਸ ਬਣਾਤਾ, ਠੀਕ ਹੈ। ਸੋ ਕਿਹੜੇ ਯੂ ਰੂਲਸ ਬਣਾਏ ਉਹਨੇ ਕਿਹਾ ਵਾ ਜਨਰਲੀ ਇਹਦਾ ਗੈਪ ਦਾ ਮਤਲਬ ਕੀ ਆ ਕਿ ਅਕਾਊਂਟਿੰਗ ਦੇ ਵਿੱਚ ਜਨਰਲੀ ਅਸੈਪਟਡ ਅਕਾਊਂਟਿੰਗ ਪ੍ਰਿੰਸੀਪਲ ਬਣਾਇਆ ਗਿਆ ਕਿ ਹਰ ਇੱਕ ਨੇ ਉਹੀ ਅਸੈਪਟ ਕਰਨਾ ਪ੍ਰਿੰਸੀਪਲ, ਕਿ ਉਹੀ ਜਿਹੜਾ ਬਣਾਇਆ ਵਾ ਹਰ ਇੱਕ ਆਰਗੇਨਾਈਜੇਸ਼ਨ ਨੇ ਉਹੀ ਪ੍ਰਿੰਸੀਪਲ ਲਾਉਣਾ ਵਾ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਆਰਗੇਨਾਈਜੇਸ਼ਨ ਉਹਦੇ ਰੂਲਸ ਦੇ ਅਕੋਰਡਿੰਗ ਹੀ ਚੱਲ ਰਹੀ ਹੈ, ਠੀਕ ਹੈ ਜੀ। ਠੀਕ ਹੈ, ਹੁਣ ਇਹਦੇ ਵਿੱਚ ਵੇਖੋ ਦੀਸ ਪ੍ਰਿੰਸੀਪਲਸ ਆਰ ਯੂਜਲੀ ਡਿਵੈਲਪਡ ਬਾਈ ਪ੍ਰੋਫੈਸ਼ਨਲ ਅਕਾਊਂਟਿੰਗ ਬੋਡੀਜ਼। ਕਹਿੰਦੇ ਕਿ ਇਹਨਾਂ ਨੂੰ ਪ੍ਰਿੰਸੀਪਲਸ ਨੇ ਕਿੰਨੇ ਬਣਾਇਆ ਵਾ, ਬੋਡੀਜ਼ ਨੇ ਬਣਾਇਆ, ਅਕਾਊਂਟੈਂਟਸ ਨੇ ਬਣਾਇਆ ਵਾ, ਲਾਈਕ ਦ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ICAI ਨੇ ਬਣਾਇਆ ਵਾ। ਕੌਣ ਆ, ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਜਾਂ ਇੰਸਟੀਚਿਊਟ ਚਾਰਟਰਡ ਅਕਾਊਂਟੈਂਟਸ ਆਫ ਇੰਗਲੈਂਡ ਐਂਡ ਵੇਲਜ਼, ਠੀਕ ਹੈ ਜੀ। ਇਹਨਾਂ ਸਾਰਿਆਂ ਨੇ ਦ ਅਮੈਰੀਕਨ ਇੰਸਟੀਚਿਊਟ ਆਫ ਸਰਟੀਫਾਈਡ ਪਬਲਿਕ ਅਕਾਊਂਟੈਂਟਸ, ਠੀਕ ਹੈ। ਹੁਣ ਬੱਚੇ ਆ ਅਮੈਰੀਕਨ ਇੰਸਟੀਚਿਊਟ ਆਪਾਂ ਇਹਦੀ ਡੈਫੀਨੇਸ਼ਨ ਵੀ ਪੜ੍ਹਾਂਗੇ, ਠੀਕ ਹੈ, ਕਿ ਇਹਦੇ ਵਿੱਚ ਕਿਹੜੀ ਡੈਫੀਨੇਸ਼ਨ ਆ। ਹੁਣ ਦੇਖੋ ਇਹਦੇ ਵਿੱਚ ਇੱਕ ਹੋਰ ਗੱਲ ਕਹਿ ਰਿਹਾ ਕਿ ਦ ਐਪਲੀਕੇਸ਼ਨ ਆਫ ਗੈਪ ਡੈਫੀਨੇਟਲੀ ਪ੍ਰੋਵਾਈਡ ਸਟੈਂਡਰਡਸ ਫॉर ਸਾਊਂਡ ਅਕਾਊਂਟਿੰਗ ਪ੍ਰੈਕਟਿਸਿਸ ਐਂਡ ਪ੍ਰੋਸੀਜਰਸ। ਥੀਸ ਪ੍ਰਿੰਸੀਪਲਸ ਆਰ ਦ ਗਾਈਡਲਾਈਨਸ ਟੂ ਮੇਕ ਦ ਫਾਈਨੈਂਸ਼ੀਅਲ ਸਟੇਟਮੈਂਟਸ ਟਰੂ ਐਂਡ ਫੇਅਰ। ਕਹਿੰਦੇ ਇਹਦੇ ਨਾਲ ਆਪਣੀਆਂ ਆਟੋਮੈਟਿਕਲੀ ਜਿਹੜੀਆਂ ਆਪਣੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫਾਈਨੈਂਸ਼ੀਅਲ ਸਟੇਟਮੈਂਟਸ ਉਹ ਸਹੀ ਲੱਗਣੀਆਂ ਸ਼ੁਰੂ ਹੋਣਗੀਆਂ। ਕਿਉਂ? ਕਿਉਂਕਿ ਆਪਾਂ ਕਹਿ ਦਿੰਦੇ ਹਾਂ ਕਿ ਦੇਖੋ ਜਦੋਂ ਸਾਰਿਆਂ ਨੇ ਇੱਕੋ ਰੂਲ ਲਾਇਆ ਹੋਊਗਾ, ਇੱਕ ਕੰਪਨੀ ਨੇ 1 ਕਰੋੜ ਕਮਾਇਆ, ਦੂਜੀ ਨੇ 2 ਕਰੋੜ ਕਮਾਇਆ, ਤਾਂ ਰੂਲ ਸੇਮ ਲੱਗਾ, ਇਹਦਾ ਮਤਲਬ ਆਪਾਂ ਕਹਾਂਗੇ ਕਿ ਉਹ ਇੱਕ ਕੰਪਨੀ ਨੇ 1 ਕਰੋੜ ਤਾਂ ਕਰਕੇ ਕਮਾਇਆ ਕਿਉਂਕਿ ਉਹਨਾਂ ਨੇ ਮੈਨੇਜਮੈਂਟ ਸਹੀ ਨਹੀਂ ਕੀਤੀ ਸੀ, ਜਾਂ ਉਹਨਾਂ ਨੇ ਕੋਸਟ ਪ੍ਰੋਡਕਟ ਆ ਜਿਹੜਾ ਵੀ ਪ੍ਰੋਡਕਟ ਕੀ ਆ ਕਿ ਉਹ ਜ਼ਿਆਦਾ ਮਹਿੰਗਾ ਬਾਏ ਕੀਤਾ, ਜਿੱਦਾਂ ਰॉ ਮਟੀਰੀਅਲ ਜ਼ਿਆਦਾ ਮਹਿੰਗਾ ਬਾਏ ਕੀਤਾ, ਤਾਂ ਕਰਕੇ ਉਹਨਾਂ ਨੂੰ ਪ੍ਰੋਫਿਟ ਘੱਟ ਹੋਇਆ। ਫੋਰ ਐਗਜ਼ਾਮਪਲ ਜੇ ਹਰ ਇੱਕ ਕੰਪਨੀ ਵੱਖ-ਵੱਖ ਰੂਲਸ ਲਗਾਊਗੀ ਤਾਂ ਉਹਦੇ ਨਾਲ ਜੇ ਤੁਸੀਂ ਇੱਕ ਕੰਪਨੀ 1 ਕਰੋੜ ਕਮਾਉਣ, ਦੂਜੀ 2 ਕਰੋੜ, ਤਾਂ ਤੁਸੀਂ ਇੱਕ ਰੱਖ ਨਹੀਂ ਸਕਦੇ ਨਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੇਜਮੈਂਟ ਗਲਤ ਆ, ਤੁਸੀਂ ਇਹ ਵੀ ਕਹਿ ਸਕਦੇ ਕਿਉਂਕਿ ਕੀਤਾ ਜਿਹੜਾ ਉਹਨੇ ਰੂਲ ਲਾਇਆ। ਸਮਝ ਆਈ ਕਿ ਇੱਕ ਰੂਲ ਤੁਹਾਨੂੰ ਜ਼ਿਆਦਾ ਪ੍ਰੋਫਿਟ ਦਿੰਦਾ, ਦੂਜਾ ਰੂਲ ਤੁਹਾਨੂੰ ਘੱਟ ਪ੍ਰੋਫਿਟ ਦਿੰਦਾ। ਸੋ ਕਹਿੰਦੇ ਕਿ ਰੂਲਸ ਇੱਕੋ ਹੋਣੇ ਚਾਹੀਦੇ ਤਾਂ ਜੋ ਸਾਨੂੰ ਇਹ ਪਤਾ ਚੱਲ ਸਕੇ ਕਿ ਮੈਨੇਜਮੈਂਟ ਹੀ ਜਾਂ ਕਿਹੜੀ ਗੱਲ ਦਾ ਕਰਕੇ ਸਾਨੂੰ ਪ੍ਰੋਫਿਟ ਘੱਟ ਹੋਇਆ, ਠੀਕ ਹੈ ਜੀ। ਹੁਣ ਅਕਾਊਂਟਿੰਗ ਪ੍ਰਿੰਸੀਪਲਸ ਦਾ ਮੀਨਿੰਗ ਕਰਾਂਗੇ। ਅਕਾਊਂਟਿੰਗ ਪ੍ਰਿੰਸੀਪਲਸ ਹੁੰਦੇ ਕੀ ਆ, ਦੇਖੋ ਬੱਚੇ, ਜਨਰਲ ਲਾਅ ਔਰ ਰੂਲ, ਠੀਕ ਆ, ਕਿ ਪ੍ਰਿੰਸੀਪਲਸ ਦਾ ਮਤਲਬ ਤੁਸੀਂ ਕੋਈ ਲਾਅ ਬਣਾਤਾ ਜਾਂ ਕੋਈ ਰੂਲ ਬਣਾਤਾ, ਅਡੋਪਟਡ ਔਰ ਪ੍ਰੋਫੈਸਡ ਐਜ਼ ਏ ਗਾਈਡ ਟੂ ਐਕਸ਼ਨ। ਕਹਿੰਦਾ ਕਿ ਜਿਹਨੂੰ ਅਡੋਪਟ ਕਰਨਾ ਹੀ ਪੈਣਾ ਵਾ ਜਾਂ ਆਪਾਂ ਨੂੰ ਉਹਨੂੰ ਲਾਉਣਾ ਹੀ ਪੈਣਾ ਵਾ ਤਾਂ ਜੋ ਉਹਦੇ ਉੱਤੇ ਆਪਾਂ ਕੀ ਕਰ ਸਕੀਏ, ਐਕਸ਼ਨ ਕਰ ਸਕੀਏ। ਇਹ ਸੈਟਲ ਗਰਾਊਂਡ ਔਰ ਬੇਸਿਸ ਆਫ ਕੰਡਕਟ ਔਰ ਪ੍ਰੈਕਟਿਸ। ਕਹਿੰਦੇ ਕਿ ਉਹਦੇ ਬੇਸਿਸ 'ਤੇ ਹੀ ਆਪਾਂ ਪ੍ਰੈਕਟਿਸ ਕਰਨੀ ਆ, ਠੀਕ ਹੈ। ਸਮਝ ਆ ਰਹੀ ਹੈ ਮੇਰੀ ਗੱਲ ਦੀ। ਕਹਿੰਦਾ ਅਕਾਊਂਟਿੰਗ ਪ੍ਰਿੰਸੀਪਲਸ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਕੋਈ ਕੀ ਬਣਾ ਦਿੰਦੇ ਜੋ, ਇੱਕ ਲਾਅ ਬਣਾ ਦਿੰਦੇ ਹੋ ਜਾਂ ਰੂਲ ਬਣਾ ਦਿੰਦੇ ਹੋ ਕਿ ਜਿਹੜਾ ਤੁਹਾਨੂੰ ਅਡੋਪਟ ਕਰਨਾ ਹੀ ਪਊਗਾ, ਹਰ ਇੱਕ ਆਰਗੇਨਾਈਜੇਸ਼ਨ ਨੂੰ ਅਡੋਪਟ ਕਰਨਾ ਹੀ ਪਊਗਾ। ਕਿਉਂ ਅਡੋਪਟ ਕਰਨਾ ਪਊਗਾ? ਤਾਂ ਜੋ ਤੁਸੀਂ ਉਹ ਚੀਜ਼ ਦੀ ਪ੍ਰੈਕਟਿਸ ਕਰ ਸਕੋ, ਤਾਂ ਜੋ ਤੁਸੀਂ ਪ੍ਰੈਕਟਿਸ ਦਾ ਮਤਲਬ ਤਾਂ ਜੋ ਤੁਸੀਂ ਅਕਾਊਂਟਸ ਬਣਾ ਸਕੋ, ਠੀਕ ਹੈ। ਇੱਕ ਇਹ ਹੋ ਗਈ ਡੈਫੀਨੇਸ਼ਨ, ਠੀਕ ਹੈ, ਸਮਝ ਆ ਗਈ। ਦੂਸਰੀ ਡੈਫੀਨੇਸ਼ਨ ਤੁਸੀਂ ਆ ਵੀ ਲਿਖ ਸਕਦੇ ਹੋ ਜੇ ਤੁਹਾਨੂੰ ਆ ਜਾਂਦੀ ਹੈ ਕਿ ਵੇਟ ਬੱਚੇ, the principles which constitutes the ground rule for financial reporting are termed as generally accepted accounting principles, ਠੀਕ ਹੈ। ਕਹਿੰਦੇ ਕਿ ਜਿਹੜੇ ਉਹ ਵਾਲੇ ਪ੍ਰਿੰਸੀਪਲਸ ਜਿਨ੍ਹਾਂ ਦੇ ਉੱਤੇ ਆਪਾਂ ਕੀ ਕਰਦੇ ਵਿੱਚ constitutes the ground rule for financial reporting। ਕਹਿੰਦੇ ਕਿ ਜਿਨ੍ਹਾਂ ਦੇ ਕਰਕੇ ਆਪਾਂ ਰਿਪੋਰਟਿੰਗ ਬਣਾਉਂਦੇ ਆ, ਜਿਹੜਾ ਜਿਹਦਾ ਕਰਕੇ ਆਪਾਂ ਅਕਾਊਂਟਿੰਗ ਬਣਾਉਂਦੇ ਆ। ਗਰਾਊਂਡ ਰੂਲ ਫॉर ਫਾਈਨੈਂਸ਼ੀਅਲ ਰਿਪੋਰਟਿੰਗ ਦਾ ਮਤਲਬ ਹੁੰਦਾ ਵਾ ਕਿ ਜਿਹੜੇ ਇੱਕੋ ਤਰ੍ਹਾਂ ਦੇ ਹੁੰਦੇ ਆ, ਕਿ ਜਿਹੜਾ ਤੁਹਾਨੂੰ ਇੱਕ ਇਹ ਕਹਿ ਦਿੰਦਾ ਕਿ ਜਿੱਦਾਂ ਫੋਰ ਐਗਜ਼ਾਮਪਲ ਕਿ ਜਿਹੜਾ ਟੀਚਰ ਤੁਹਾਨੂੰ ਕਲਾਸ 'ਚ ਪੜ੍ਹਾ ਰਿਹਾ ਅਤੇ ਟੀਚਰ ਨੇ ਤੁਹਾਨੂੰ ਇਹ ਕਿਹਾ ਵਾ ਕਿ ਕਿਸੇ ਨੇ ਬੋਲਣਾ ਨਹੀਂ ਆ, ਦੈਟ ਮੀਨਸ ਉਹ ਰੂਲ ਆ ਤੇ ਨਹੀਂ ਬੋਲਣਾ। ਸਮਝ ਆ ਰਹੀ ਹੈ? ਜਾਂ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ, ਠੀਕ ਆ ਨਾ। ਜੇ ਤੁਹਾਨੂੰ ਕਹਿਤਾ ਕਿਸੇ ਨੇ ਦੈਟ ਮੀਨਸ ਇਹ ਮਤਲਬ ਕੀ ਆ ਕਿ ਲਾਅ ਵੀ ਇਹ ਕੀ ਆ ਵੀ ਹੈਲਥ ਲਈ ਇੰਜੂਰੀਅਸ ਆ, ਠੀਕ ਆ ਨਾ, ਕਿ ਨਹੀਂ ਠੀਕ। ਦੈਟ ਮੀਨਸ ਇਹਦੇ ਵਿੱਚ ਕੀ ਆ ਕਿ ਕਹਿੰਦੇ ਆ ਕਿ ਜਿਹੜਾ ਪ੍ਰਿੰਸੀਪਲ ਉਹਨੂੰ ਕਿਹਾ ਜਾਂਦਾ ਵਾ ਕਿ ਜਿਹਦੇ ਬੇਸਿਸ 'ਤੇ ਆਪਾਂ ਕੋਈ ਚੀਜ਼ ਬਣਾਉਂਦੇ ਹਾਂ, ਠੀਕ ਆ। ਲਾਅ ਬਣ ਗਿਆ ਜਿਹਦੇ ਬੇਸ 'ਤੇ ਆਪਾਂ ਰਿਪੋਰਟਿੰਗ ਬਣਾਉਂਦੇ ਹਾਂ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਅਕਾਊਂਟਿੰਗ ਪ੍ਰਿੰਸੀਪਲਸ। 2 ਡੈਫੀਨੇਸ਼ਨਸ ਆ, ਉਹਨੂੰ ਆਪਾਂ ਕਰ ਸਕਦੇ ਹਾਂ, ਠੀਕ ਹੈ ਜੀ। ਹੁਣ ਦੇਖੋ ਦ ਡਿਸ ਡੈਫੀਨੇਸ਼ਨ ਗਿਵਨ ਬਾਏ AICPA, ਇਹਦੇ ਲਿਖ ਸਕਦੇ ਜੋ AICP ਨੇ ਦਿੱਤੀ। ਅਕੋਰਡਿੰਗ ਟੂ, ਤੁਸੀਂ ਇਹ ਵੀ ਲਿਖ ਸਕਦੇ ਹੋ, ਅਕੋਰਡਿੰਗ ਟੂ AICPA ਅਕਾਊਂਟਿੰਗ ਪ੍ਰਿੰਸੀਪਲਸ means a general law or rule adopted or professed as a guide to action, a settled ground or basis of conduct or practice, ਠੀਕ ਹੈ। ਗੱਲ ਸਮਝ ਆ ਰਹੀ ਹੈ ਮੇਰੀ?
ਠੀਕ ਹੈ ਜੀ ਬੱਚੇ। ਜੇ ਤੁਹਾਨੂੰ ਨਹੀਂ ਸਮਝ ਆਏਗੀ ਤਾਂ ਆਪਾਂ ਦੁਬਾਰਾ ਕਰ ਲਾਂਗੇ, ਇਹਦੇ ਵਿੱਚ ਕੋਈ ਉਹ ਗੱਲ ਨਹੀਂ ਹੈ ਕਿ ਤੁਸੀਂ ਦੁਬਾਰਾ ਨਹੀਂ ਪੁੱਛ ਸਕਦੇ, ਦੁਬਾਰਾ ਪੁੱਛ ਸਕਦੇ ਕਿਉਂਕਿ ਇਹ ਸਾਰੇ ਕਨਸੈਪਟਸ ਤੁਹਾਡੇ ਲਈ ਨਵੇਂ ਨੇ। ਠੀਕ ਹੈ, ਹੁਣ ਇਹਦੇ ਵਿੱਚ ਵੇਖੋ, ਦਿਸ ਡੈਫੀਨੇਸ਼ਨ ਗਿਵਨ ਬਾਈ AICPA ਕਮਸ ਨੀਅਰੈਸਟ ਟੂ ਡਿਸਕ੍ਰਾਈਬਿੰਗ ਵਟ ਮੋਸਟ ਅਕਾਊਂਟੈਂਟਸ ਮੀਨ ਬਾਈ ਦ ਵਰਡ ਪ੍ਰਿੰਸੀਪਲ, ਕੇਅਰ ਸ਼ੁੱਡ ਬੀ ਟੇਕਨ ਟੂ ਮੇਕ ਇਟ ਕਲੀਅਰ that applied to accounting practices. The word principle does not connote a rule for which there can be no deviation. ਇੱਥੋਂ ਬੱਚੇ ਕੁਝ ਨਹੀਂ ਕਰਨਾ, ਸਿਰਫ ਤੁਸੀਂ ਇਹ ਲਿਖਣਾ ਵਾ, an accounting principle is not a principle in the sense that it admits of no conflict with other principles. ਇਹ ਕਰਨ ਦੀ ਕੋਈ ਲੋੜ ਨਹੀਂ ਆ। ਜਦੋਂ ਤੁਸੀਂ ਕਰੋਗੇ, ਜੇ ਮੈਂ ਕਹਿੰਦੀ ਵਟ ਡੂ ਯੂ ਮੀਨ ਬਾਈ ਦ ਅਕਾਊਂਟਿੰਗ ਪ੍ਰਿੰਸੀਪਲਸ, ਫਸਟ ਆਫ ਆਲ ਤੁਸੀਂ ਕਹੋਗੇ ਕਿ ਇੱਥੋਂ ਸ਼ੁਰੂ ਕਰੋਗੇ, ਜੇ ਕਰਨਾ ਹੀ ਆ ਕਿ ਵੱਖ-ਵੱਖ ਰੂਲਸ ਦੇ ਨਾਲ ਹਰ ਔਰਗਨਾਈਜੇਸ਼ਨ ਜਿਹੜੀ ਆ ਉਹ ਕੀ ਹੋ ਸਕਦੇ, ਰਿਲਾਇਬਲ ਨਹੀਂ ਹੋ ਸਕਦੇ, ਅਕਾਊਂਟੈਂਟਸ ਰਿਲਾਇਬਲ ਨਹੀਂ ਹੋ ਸਕਦੇ, ਅਕਾਊਂਟਸ ਰਿਲਾਇਬਲ ਨਹੀਂ ਹੋ ਸਕਦੇ, ਉਹਦਾ ਕਰਕੇ ਪ੍ਰਿੰਸੀਪਲਸ ਬਣਾਏ ਗਏ ਆ। ਕਿੰਨੇ ਬਣਾਏ ਨੇ? ACAI ਨੇ ਬਣਾਏ ਆ, AICP ਨੇ ਬਣਾਏ ਆ ਅਤੇ ICAEW ਨੇ ਬਣਾਏ ਆ। ਉਹ ਦੋ ਆ ਤੁਸੀਂ ਡੈਫੀਨੇਸ਼ਨਸ ਲਿਖੋਗੇ, ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਫੀਚਰਸ ਲਿਖੋਗੇ। ਠੀਕ ਆ, ਆਪਾਂ ਫੀਚਰਸ ਕੱਲ੍ਹ ਕਰਾਂਗੇ ਇਹਦੇ। ਠੀਕ ਆ, ਦੈਟਸ ਆਲ ਫॉर ਟੂਡੇ ਬੱਚੇ।